अस्सलाम वालेकुम। शानी जट वीलॉग ऑफिशियल चैनल ਦੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼-ਏ-ਮਾਨ ਦੇ ਵਿੱਚ ਰੱਖੇ, ਆਮੀਨ। ਮੇਰੇ ਉਹ ਦੋਸਤ, ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਚਾਏ ਨੇ, ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ ਤੇ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ, ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ। ਜਨਾਬ ਅਲੀ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਕਬਾਲ ਅਫਰੀਦੀ ਜਿਹੜਾ ਕਿ ਮੈਂਬਰ ਹੈਗਾ ਕੌਮੀ ਅਸੈਂਬਲੀ ਦਾ ਤੇ PTI ਦਾ ਰੁਕਨ ਹੈਗਾ ਤੇ ਉਹਦਾ ਜਿਹੜਾ ਪੁੱਤਰ ਹੈ ਬਲੂ ਪਾਸਪੋਰਟ ਤੋਂ ਦੇ ਜ਼ਰੀਏ ਉਹਨੇ ਟਰੈਵਲ ਕੀਤਾ ਤੇ ਇਟਲੀ ਪਹੁੰਚ ਗਿਆ ਤੇ ਇਟਲੀ ਦੀ ਅੰਬੈਸੀ ਜਾ ਕੇ ਉਹਨੇ ਅਸਾਈਲਮ ਦੀ ਦਰਖਾਸਤ ਦਾਇਰ ਕਰ ਦਿੱਤੀ ਤੇ ਫਿਰ ਉਹਨਾਂ ਦੀ ਜਿਹੜੀ ਅੰਬੈਸੀ ਸੀ ਉਹਨਾਂ ਨੇ ਪਾਕਿਸਤਾਨ ਦੇ ਨਾਲ ਰਾਬਤਾ ਕੀਤਾ ਤੇ ਉਹਨਾਂ ਨੇ ਬਕਾਇਦਾ ਉਹਨਾਂ ਨੂੰ ਦੱਸਿਆ ਕਿ ਲੋ ਜੀ ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਬਲੂ ਪਾਸਪੋਰਟ ਦੇ ਰਹੇ ਹੋ ਜਿਹੜੇ ਕਿ ਤੁਹਾਡੇ ਪਾਕਿਸਤਾਨ ਦੀ ਬਦਨਾਮੀ ਦਾ ਬਾਇਸ ਬਣ ਰਹੇ ਤੇ ਇਹਦਾ ਜਿਹੜਾ ਨਾ ਕੁਛ ਕਰੋ। ਤੇ ਫਿਰ ਉਹ ਤਲਾਲ ਚੌਧਰੀ ਸਾਹਿਬ ਜਿਹੜੇ ਸਨ ਉਹ ਮੰਦਿਰ ਦੇ ਚਾਹੇ ਉਹਨਾਂ ਨੇ ਫਿਰ ਜਿਹੜਾ ਸੀ ਨਾ ਦੱਸਿਆ ਕਿ ਲੋ ਜੀ ਕਿ ਇਸ ਤਰ੍ਹਾਂ ਇਕਬਾਲ ਅਫਰੀਦੀ ਨੇ ਆਪਣੇ ਪੁੱਤਰ ਨੂੰ ਬਕਾਇਦਾ ਪਲਾਨ ਦੇ ਤਹਿਤ ਇਸ ਤਰ੍ਹਾਂ ਬਲੂ ਪਾਸਪੋਰਟ ਦਿਲਵਾਇਆ ਤੇ ਦਿਲਵਾ ਕੇ ਤੇ ਫਿਰ ਉਹਨੂੰ ਬਾਹਰ ਭੇਜ ਦਿੱਤਾ ਕਿ ਜਾ ਕੇ ਤੂੰ ਜਿਹੜਾ ਨਾ ਪਾਕਿਸਤਾਨ ਦੀ ਬਦਨਾਮੀ ਕਰ ਤੇ ਅਸਾਈਲਮ ਕਰ। ਹਾਲਾਂਕਿ ਇਹਨਾਂ ਨੂੰ ਅਸਾਈਲਮ ਦੀ ਕੋਈ ਜ਼ਰੂਰਤ ਨਹੀਂ ਹੈਗੀ, ਚੰਗੇ ਭੱਲੇ ਖਾਂਦੇ ਪੀਂਦੇ ਖਰਬਪਤੀ ਲੋਕ ਹੈਗੇ ਨੇ, ਠੀਕ ਹੈ ਨਾ। ਤੇ ਲੇਕਿਨ ਤੁਹਾਨੂੰ ਪਤਾ ਹੈ ਕਿ ਉਹ PTI ਦਾ ਜਿਹੜਾ ਵੀ ਹੈਗਾ ਨਾ ਰੁਕਨ, ਭਾਵੇਂ ਸੂਬਾਈ ਅਸੈਂਬਲੀ ਹੈ, ਭਾਵੇਂ ਕੌਮੀ ਅਸੈਂਬਲੀ ਸੈਨੇਟਰ ਹੈਗਾ ਜਾਂ ਕੋਈ ਫਾਲੋਅਰ ਹੈਗਾ, ਠੀਕ ਹੈ ਨਾ, ਇਹ ਜਿਹੜੇ ਨੇ ਨਾ ਇਹਨਾਂ ਦੇ ਗੁੱਤੀ ਦੇ ਵਿੱਚ ਵੜ ਚੁੱਕਿਆ ਕਿ ਪਾਕਿਸਤਾਨ ਦੇ ਨਾਲ ਅਸੀਂ ਵਫਾਦਾਰੀ ਨਹੀਂ ਤੇ ਪਾਕਿਸਤਾਨ ਦੇ ਨਾਲ ਗद्दारी ਕਰਨੀ, ਕਿਉਂਕਿ ਇਹਨਾਂ ਨੇ ਜਿਹੜਾ ਨਾ ਹੁਣ ਆਪਣੇ ਤਾਲੁਕਾਤ ਜਿਹੜੇ ਨੇ ਪਾਕਿਸਤਾਨ ਦੇ ਦੁਸ਼ਮਣਾਂ ਦੇ ਨਾਲ ਜੋੜ ਲਿੱਤੇ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਨਾ ਇਹਨੇ ਫਿਰ ਇਕਬਾਲ ਅਫਰੀਦੀ ਨੇ ਜਨਾਬ ਆਪਣੀ ਜਿਹੜੀ ਨਾ ਉਦੋਂ ਬਾਅਦ ਜਦੋਂ ਇਸ ਨੂੰ ਜ਼ਿਆਦਾ ਉਛਾਲਿਆ ਗਿਆ ਨਾ ਤੇ ਜਦੋਂ ਸਹਾਫੀਆਂ ਨੇ ਇਕਬਾਲ ਅਫਰੀਦੀ ਕੋਲੋਂ ਪੁੱਛਿਆ ਕਿ ਬਈ ਤੇਰਾ ਪੁੱਤਰ ਇਸ ਤਰ੍ਹਾਂ ਜਾ ਕੇ ਅਸਾਈਲਮ ਲੈ ਰਿਹਾ ਹੈ ਤੇ ਕੋਈ ਸ਼ਰਮ ਤੇ ਕੋਈ ਹਯਾ ਹੈਗੀ ਤੇ ਅੱਗੋਂ ਬਜਾਏ ਇਸਦੇ ਕਿ ਇਹ ਕਹਿੰਦਾ ਕਿ ਹਾਂ ਮੈਨੂੰ ਗਲਤੀ ਹੈ, ਮੈਨੂੰ ਅਫਸੋਸ ਹੈ, ਉਹਨੂੰ ਨਹੀਂ ਕਰਨਾ ਚਾਹੀਦਾ ਸੀ ਤੇ ਧੜੱਲੇ ਨਾਲ ਕਹਿ ਰਿਹਾ ਕਿ ਜੀ ਇਸ ਤੋਂ ਪਹਿਲੇ ਵੀ ਤਾਂ ਕਈ ਲੋਕਾਂ ਨੇ ਅਸਾਈਲਮ ਲਿੱਤਾ ਤੇ ਨਾਲੇ ਜੋ ਉਹਨੇ ਲੈ ਲਿਆ ਤੇ ਕੀ ਹੋ ਗਿਆ ਤੇ ਨਾਲੇ ਇਸ ਮੁਲਕ ਦੇ ਵਿੱਚ ਕੁਝ ਬਚੇ ਹੀ ਨਹੀਂ ਹੈਗਾ। ਸਾਡਾ ਆਪਣਾ ਦਿਲ ਕਰ ਰਿਹਾ ਕਿ ਮੈਂ ਵੀ ਆਪਣਾ ਬੋਰੀਆ ਬਿਸਤਰਾ ਬੰਦ ਕਰਾਂ ਤੇ ਦੌੜ ਜਾਵਾਂ, ਮੇਰਾ ਹੁਣ ਪਾਕਿਸਤਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਠੀਕ ਹੈ ਨਾ, ਕਿਉਂਕਿ ਇਹਨਾਂ ਦਾ ਉਹੀ ਨਾਰਾ ਹੈ ਕਿ ਖਾਨ ਨਹੀਂ ਤੇ ਪਾਕਿਸਤਾਨ ਨਹੀਂ ਤੇ ਲਿਹਾਜ਼ਾ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਤੂੰ ਜਿਹੜਾ ਕੱਲ੍ਹ ਜਾਣਾ ਤੂੰ ਹੁਣੇ ਹੀ ਆਪਣਾ ਜਿਹੜਾ ਸਮਾਨ ਬੰਦ ਕਰ ਤੇ ਨਿਕਲਦਾ ਹੋ। ਬਹਰਹਾਲ ਇਕਬਾਲ ਅਫਰੀਦੀ ਨੇ ਜਨਾਬ ਅਲੀ ਇੱਕ 2 ਮਿੰਟ ਦੀ ਜਾਂ 2.5 ਮਿੰਟ ਦੀ ਇੱਕ ਵੀਡੀਓ ਬਣਾਈ ਹੈ ਤੇ ਉਹਦੇ ਵਿੱਚ ਜਨਾਬ ਇਹ ਜਿਹੜਾ ਨਾ ਆਪਣੇ ਉਹ ਕਰੋਕੋਡਾਈਲ ਟੀਅਰ ਬਹਾ ਰਿਹਾ ਤੇ ਆਪਣੇ ਜਿਹੜਾ ਨਾ ਹਮਦਰਦੀਆਂ ਹਾਸਿਲ ਕਰ ਰਿਹਾ ਤੇ ਕਹਿ ਰਿਹਾ ਕਿ ਜੀ ਕਿ ਲੋਕੀ ਬੜਾ ਬੋਲ ਰਹੇ ਨੇ ਲੇਕਿਨ ਤੁਸੀਂ ਤੇ ਮੇਰੇ ਨਾਲ ਹਮਦਰਦੀ ਕਰੋ ਕਿ ਮੇਰਾ ਬੱਚਾ ਮੇਰੇ ਕੋਲੋਂ ਜੁਦਾ ਹੋ ਗਿਆ, ਮੈਂ ਹੁਣ ਸਾਰੀ ਜ਼ਿੰਦਗੀ ਉਹਦੀ ਸ਼ਕਲ ਨਹੀਂ ਵੇਖ ਸਕਾਂਗਾ, ਉਹ ਮੇਰਾ ਪਾਕਿਸਤਾਨ ਛੱਡ ਕੇ ਚਲਾ ਗਿਆ, ਉਹਨੇ ਉੱਥੇ ਅਸਾਈਲਮ ਕਰ ਲਿਆ, ਪਤਾ ਨਹੀਂ ਵਾਪਸ ਆਉਂਦਾ ਕਿ ਨਹੀਂ ਆਉਂਦਾ, ਮੈਂ ਉਹਨੂੰ ਨਹੀਂ ਮਿਲ ਸਕਾਂ। ਦੱਸੋ ਕਿਹੜੀਆਂ ਬਕਵਾਸ ਯਾਦ ਕਰ ਰਿਹਾ, ਗਲਤ ਗੱਲਾਂ ਕਰ ਰਿਹਾ, ਠੀਕ ਹੈ। ਇੱਕ ਤਾਂ ਤੂੰ ਆਪ ਉਹਨੂੰ ਭੇਜਿਆ, ਠੀਕ ਹੈ, ਪੂਰਾ ਉਹਨੂੰ ਸਮਝਾ ਕੇ ਪੱਟੀ ਪੜਾ ਕੇ ਬਲੂ ਪਾਸਪੋਰਟ, ਫਿਰ ਉਹਨੂੰ ਫੁੱਪੀ ਦੇ ਵਿਆਹ ਤੇ ਭੇਜਿਆ ਸੀ ਕਿ ਜਾ ਉੱਥੇ ਫੁੱਪੀ ਦੀ ਆਪਣੀ ਤਾਰੀਖ ਰੱਖ ਕੇ ਆ, ਕਿਸੇ ਬਕਵਾਸ ਗੱਲਾਂ ਕਰਦਾ ਪਿਆ, ਠੀਕ ਹੈ। ਬਈ ਤੂੰ ਖਰਬਪਤੀ ਬੰਦਾ, ਤੈਨੂੰ ਪਤਾ ਗੱਲ ਹੋ ਜੀ ਕਿਸ ਤਰ੍ਹਾਂ ਮੁਲਕ ਨੂੰ ਬਦਨਾਮ ਕਰਨਾ, ਕਿਸ ਤਰ੍ਹਾਂ ਕਰਨਾ, ਹਰ ਚੀਜ਼ ਤੁਸੀਂ ਪਲਾਨ ਕਰਕੇ ਕਰਦੇ ਹੋ। ਤੇ ਵੀਡੀਓ ਦੇ ਵਿੱਚ ਕਹਿ ਰਹੇ ਕਿ ਜੀ ਮੇਰੇ ਨਾਲ ਹਜ਼ਾਰੇ ਹਮਦਰਦੀ ਕਰੋ, ਮੇਰੇ ਨਾਲ ਖੜੇ ਹੋ, ਮੇਰਾ ਪੁੱਤਰ ਮੇਰੇ ਕੋਲ ਜੁਦਾ ਹੋ ਗਿਆ, ਫਲਾਣਾ ਹੋ ਗਿਆ, ਟਮਕਾਣਾ ਹੋ ਗਿਆ ਤੇ ਇਹ ਹੋ ਗਿਆ ਹੋ ਗਿਆ। ਜਨਾਬ ਇਹਦੀ ਵੀਡੀਓ ਜਦੋਂ ਵਾਇਰਲ ਹੋਈ ਹੈ ਨਾ, ਜਦੋਂ ਮਾਰਕੀਟ ਦੇ ਜਾਈ ਹੈ ਤੇ ਲੋਕਾਂ ਨੇ ਤੇ ਫਿਰ ਜਨਾਬ ਤੇਲ ਪਾਣੀ ਫੜ ਲਿਆ ਤੇ ਚੜ ਗਏ ਨੇ ਇਹਦੇ ਉੱਤੇ, ਲੋਕਾਂ ਨੇ ਤੇ ਉਹ ਲਿੱਤਰ ਪੋਲਾ ਕੀਤਾ, ਉਹ ਇਹਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਕਿ ਬਗੈਰਤਾ ਤੈਨੂੰ ਸ਼ਰਮ ਨਹੀਂ ਆਈ ਕਿ ਤੂੰ ਇਹ ਕੰਮ ਕੀਤਾ ਕਿ ਤੂੰ ਪਾਕਿਸਤਾਨ ਨੂੰ ਬਦਨਾਮ ਕਰ ਰਿਹਾ। ਉਹ ਬਈ ਤੁਹਾਡਾ ਇੱਕ ਸਿਆਸੀ ਮੁਖਾਲਫਤ ਜ਼ਰੂਰ ਹੈ, ਕਰੋ, ਅਸੀਂ ਮਨਾ ਨਹੀਂ ਕਰਦੇ, ਲੇਕਿਨ ਤੁਸੀਂ ਇਸ ਹੱਦ ਤੱਕ ਚਲੇ ਗਏ ਕਿ ਤੁਸੀਂ ਪਾਕਿਸਤਾਨ ਨੂੰ ਬਦਨਾਮ ਕਰ ਦਿਓ ਤੇ ਇਸ ਚੀਜ਼ ਦੀ ਇਜਾਜ਼ਤ ਕੋਈ ਵੀ ਨਹੀਂ ਦੇਗਾ, ਕੋਈ ਵੀ ਗਯੂਰ ਇਨਸਾਨ, ਮੁਹਿੱਬੇ ਵਤਨ ਇਨਸਾਨ ਇਸ ਚੀਜ਼ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦੇਗਾ। ਤੇ ਬਹਰਹਾਲ ਇਹਦੀ ਜਨਾਬ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਨਾ ਟਵਿੱਟਰ ਵਗੈਰਾ ਦੇ ਵਿੱਚ ਬੜੀ ਕੁੱਤਿਆਂ ਲਈ ਹੁੰਦੀ ਪਈ ਹੈ, ਠੀਕ ਹੈ। ਤੇ ਅਸੀਂ ਵੀ ਜਿਹੜਾ ਨਾ ਇਹਨੂੰ ਉਹੀ ਲਾਨਤਾਨੀ ਕਰ ਰਹੇ ਹਾਂ ਕਿ ਤੂੰ ਬਗੈਰਤ ਇਨਸਾਨ, ਤੂੰ ਆਪਣੇ ਬੱਚੇ ਨੂੰ ਉੱਥੇ ਬਾਹਰ ਭੇਜ ਕੇ ਪਾਕਿਸਤਾਨ ਦੀ ਬਦਨਾਮੀ ਰਹੀ, ਤੂੰ ਇੱਥੇ ਉਹਨੂੰ ਰੱਖਦਾ, ਤੁਹਾਨੂੰ ਤੇ ਹਲੇ ਤੱਕ ਕਿਸੇ ਕੁਝ ਕਿਹਾ ਵੀ ਨਹੀਂਗਾ, ਤੂੰ ਤੇ ਐਡਾ ਤਗੜਾ ਬੰਦਾ ਹੈਗਾ, ਪਾਵਰਫੁਲ ਨਾ, ਤੇਰੇ ਤੇ ਹਲੇ ਤੱਕ ਕਿਸੇ ਨੇ ਹੱਥ ਹੀ ਨਹੀਂ ਪਾਇਆ ਤੇ ਫਿਰ ਤੂੰ ਇਹ ਕੰਮ ਕਿਉਂ ਕੀਤਾ, ਸਮਝ ਆ ਰਹੀ। ਬਹਰਹਾਲ ਉਹਨੇ ਜਿਹੜੀ ਵੀਡੀਓ ਬਣਾਈ ਹੈ ਉਹ ਸਭ ਬਕਵਾਸ ਹੈ, ਸਭ ਝੂਠ ਹੈ, ਇਹ ਸਾਰੇ ਹਰਾਮ ਦੇ ਨੇ। ਇਹਨਾਂ ਦੀਆਂ ਸ਼ਕਲਾਂ ਵੇਖੋ, ਇਹਨਾਂ ਦੀ ਸ਼ਕਲਾਂ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਨਾ ਉਹ ਲਾਨਤ ਟਪਕਦੀ ਨਜ਼ਰ ਆ ਰਹੀ ਹੈ, ਸਮਝ ਆ ਰਹੀ, ਅੱਲਾ ਦੀ ਫਟਕਾਰ ਪੈ ਰਹੀ ਹੈ ਇਹਨਾਂ ਦੀਆਂ ਸ਼ਕਲਾਂ ਦੇ ਉੱਤੇ, ਐਸੇ ਬਗੈਰਤ ਲੋਕ ਹੈਗੇ ਨੇ। ਫਿਰ ਤੁਸੀਂ ਦੇਖੋ ਕਿ ਇਹਨਾਂ ਦੀ ਜਿਹੜੀ ਲੜਾਈ ਹੋਈ ਇਹਦੀ ਸੁਹੇਲ ਉਹ ਕੀ ਨਾਮ ਜੁਨੇਰ ਅਕਬਰ ਦੇ ਨਾਲ,
ਇਹਦੀ ਕੌਮੀ ਅਸੈਂਬਲੀ ਦੇ ਵਿੱਚ ਜਦੋਂ ਉਹ ਖਵਾਜਾ ਆਸਿਫ ਜਿਹੜੇ ਵਜ਼ੀਰ ਦਿਫਾ ਨੇ ਉਹ ਤਕਰੀਰ ਕਰ ਰਹੇ ਸਨ, ਤੇ ਇਹ ਵਿੱਚ ਬਾਰ-ਬਾਰ ਲੁੱਚ ਤੱਲੀ ਜਾ ਰਿਹਾ ਸੀ, ਬਾਰ-ਬਾਰ ਜਿਹੜਾ ਸੀ ਇੰਟਰਵੀਨ ਕਰ ਰਿਹਾ ਸੀ। ਤੇ ਫਿਰ ਜੁਨੇਦ ਅਕਬਰ ਨੇ ਇਹਨੂੰ ਸਮਝਾਇਆ, ਨਹੀਂ ਸਮਝਿਆ, ਫਿਰ ਜਾ ਕੇ ਇਹਦੀ ਸੀਟ ਤੇ ਉਹਨੂੰ ਕਿਹਾ ਕਿ ਬਈ ਉਹਨਾਂ ਨੂੰ ਬੋਲ ਦਿੰਦੇ, ਅਸੀਂ ਇਹਦਾ ਭਰਪੂਰ ਜਵਾਬ ਦੇਵਾਂਗੇ, ਲੇਕਿਨ ਨਹੀਂ ਮੰਨਿਆ ਤੇ ਉਹਦੇ ਨਾਲ ਵੀ ਬਦਤਮੀਜ਼ੀ ਕੀਤੀ। ਫਿਰ ਦੂਸਰੇ ਪਾਰਲੀਮੈਂਟੇਰੀਅਨ ਹੈਗੇ ਸਨ, ਉਹਨਾਂ ਨਾਲ ਵੀ ਫਿਰ ਤੂੰ ਮੈਮ ਹੋ ਗਈ, ਗੁੱਥੋਂ ਗੁੱਥੀ ਹੋਈ, ਗਿਰੇਬਾਨ ਫੜੇ, ਇੱਕ ਦੂਸਰੇ ਨੂੰ ਚਪੇੜਾਂ ਮਾਰੀਆਂ, ਗਾਲਾਂ ਕੱਢੀਆਂ। ਬਕਾਇਦਾ ਇਕਬਾਲ ਅਫਰੀਦੀ ਨੇ ਇਲਜ਼ਾਮਾਤ ਲਾਏ ਨੇ ਸਾਰੀ ਪੀਟੀਆਈ ਕਿਆਦਤ ਦੇ ਉੱਤੇ, ਸਣੇ ਜੁਨੇਦ ਅਕਬਰ ਦੇ, ਕਿ ਜੀ ਤੁਸੀਂ ਸਾਰੇ ਵਿਕੇ ਹੋਏ ਹੋ, ਤੁਸੀਂ ਮਨਸ਼ਾਤ ਫਰੋਸ਼ੀ ਕਰਦੇ ਹੋ, ਠੀਕ ਹੈ ਨਾ। ਸੁਹੇਲ ਅਫਰੀਦੀ ਦੇ ਉੱਤੇ ਉਹਨੇ ਮਨਸ਼ਾਤ ਫਰੋਸ਼ੀ ਦਾ ਇਲਜ਼ਾਮ ਲਾਇਆ, ਕਿੰਨੇ ਭਲਾ? ਇਕਬਾਲ ਅਫਰੀਦੀ ਨੇ। ਤੁਸੀਂ ਇਹ ਦੇਖੋ ਕਿ ਅਫਰੀਦੀ ਜਿਹੜਾ ਕਬੀਲਾ ਹੈਗਾ ਨਾ, ਉਹ ਬੜਾ ਹੀ ਮੁਹੱਜ਼ਬ ਕਬੀਲਾ ਹੈਗਾ, ਠੀਕ ਹੈ ਨਾ, ਇੱਜ਼ਤ ਵਾਲਾ ਕਬੀਲਾ ਹੈਗਾ। ਲੇਕਿਨ ਇਹ ਲੋਕ ਜਿਹੜੇ ਨੇ ਆਪਣੇ ਕਬੀਲੇ ਨੂੰ ਦੇਖੋ ਕਿਸ ਤਰ੍ਹਾਂ ਬਦਨਾਮ ਕਰ ਰਹੇ ਨੇ। ਇੱਕ ਅਫਰੀਦੀ ਹੋਰ ਵੀ ਹੈਗਾ ਜਿਹਦਾ ਨਾਮ ਸ਼ਾਹਿਦ ਖਾਨ ਅਫਰੀਦੀ ਹੈਗਾ, ਸ਼ਾਹਿਦ ਖਾਨ ਅਫਰੀਦੀ ਜਿਹੜਾ ਕ੍ਰਿਕਟਰ ਹੈਗਾ। ਇੱਕ ਉਹ ਅਫਰੀਦੀ ਹੈ ਜਿਹੜਾ ਪਾਕਿਸਤਾਨ ਦਾ ਨਾਮ ਰੋਸ਼ਨ ਕਰ ਰਿਹਾ, ਜਿਹਨੇ ਪਾਕਿਸਤਾਨ ਦੀ ਇੱਕ ਪਹਿਚਾਣ ਬਣਾਈ ਹੈ। ਤੇ ਰਿਟਾਇਰਮੈਂਟ ਤੋਂ ਬਾਅਦ ਵੀ ਤੁਸੀਂ ਦੇਖੋ ਉਹਨੂੰ ਕਿ ਉਹ ਕਿਸ ਤਰ੍ਹਾਂ ਪਾਕਿਸਤਾਨ ਵਾਸਤੇ ਦਿਨ ਰਾਤ ਮਿਹਨਤ ਕਰ ਰਿਹਾ, ਕੰਮ ਕਰ ਰਿਹਾ। ਜਿੱਥੇ ਪਾਕਿਸਤਾਨ ਦੀ ਗੱਲ ਹੁੰਦੀ ਉਹ ਫੌਰਨ ਜਾ ਕੇ ਬਾਰਡਰ ਤੇ ਖਲੋ ਜਾਂਦਾ ਤੇ ਪਾਕਿਸਤਾਨ ਨਾਲ ਲੜਨ ਮਰਨ ਨੂੰ ਤਿਆਰ ਹੋ ਜਾਂਦਾ। ਤੇ ਇੱਕ ਇਹ ਲੋਕ ਨੇ ਜਿਨ੍ਹਾਂ ਦੇ ਨਾਮ ਦੇ ਅੱਗੇ ਅਫਰੀਦੀ ਆ ਰਿਹਾ, ਲੇਕਿਨ ਇਹ ਪਾਕਿਸਤਾਨ ਕੀ ਆਪਣੇ ਕਬੀਲੇ ਦੀ ਬਦਨਾਮੀ ਦਾ ਬਾਇਸ ਬਣਦੇ ਪਏ ਨੇ। ਇਹ ਇਕਬਾਲ ਅਫਰੀਦੀ ਹੋ ਗਿਆ, ਸੁਹੇਲ ਅਫਰੀਦੀ। ਬਹਰਹਾਲ ਇਕਬਾਲ ਅਫਰੀਦੀ ਨੇ ਜਨਾਬ ਉਹਨੇ ਬੜੇ ਸੰਗੀਨ ਇਲਜ਼ਾਮਾਤ ਲਾਏ ਨੇ ਜੁਨੇਦ ਅਕਬਰ ਦੇ ਉੱਤੇ ਤੇ ਸੁਹੇਲ ਅਫਰੀਦੀ ਦੇ ਉੱਤੇ ਤੇ ਪੂਰੀ ਕਿਆਦਤ ਦੇ ਉੱਤੇ। ਉਹਨਾਂ ਨੇ ਕਿਹਾ ਇਕਬਾਲ ਨੇ ਕਿ ਤੁਸੀਂ ਖਾਨ ਨੂੰ ਵੇਚ ਦਿੱਤਾ ਤੇ ਖਾਨ ਜਿਹੜਾ ਹੈਗਾ ਨਾ ਉਹ ਇਸ ਟਾਈਮ ਜੇਲ੍ਹ ਦੇ ਅੰਦਰ ਹੈਗਾ, ਤੇ ਤੁਸੀਂ ਉਹਦੇ ਨਾਮ ਦਾ ਵੋਟ ਲੈ ਕੇ ਤੇ ਤੁਸੀਂ ਅਯਾਸ਼ੀਆਂ ਕਰ ਰਹੇ ਹੋ, ਮਨਸ਼ਿਆਤ ਫਰੋਸ਼ੀ ਕਰ ਰਹੇ ਹੋ, ਤੇ ਉੱਥੇ ਜਿਹੜਾ ਨਾ ਤੁਸੀਂ ਕੋਈ ਐਸਾ ਕੰਮ ਨਹੀਂ ਕਰ ਰਹੇ ਕਿ ਜਿਹਦੀ ਵਜ੍ਹਾ ਨਾਲ ਖਾਨ ਬਾਹਰ ਹੈ। ਤੇ ਉਹਨੇ ਹੋਰ ਵੀ ਬੜੀਆਂ ਜਿਹੜੀਆਂ ਨੇ ਨਾ ਗੱਲਾਂ ਕੀਤੀਆਂ ਨੇ ਕਿ ਜੀ ਕਿ ਤੁਸੀਂ ਜਿਹੜਾ ਨਾ ਹੁਕੂਮਤ ਦੇ ਨਾਲ ਮਿਲ ਗਏ ਹੋ, ਪੈਚਅਪ ਕਰ ਲਿਆ ਰਿਆਸਤ ਦੇ ਨਾਲ, ਤੁਹਾਡੇ ਗੱਠ ਜੋੜ, ਯਾਨੀ ਕਿ ਇਸ ਤਰ੍ਹਾਂ ਦੀ ਬੜੀਆਂ ਗੱਲਾਂ ਕੀਤੀਆਂ ਨੇ ਉਹਨੇ। ਲੇਕਿਨ ਜਿਹੜੀ ਸਭ ਤੋਂ ਸੰਗੀਨ ਜਿਹੜਾ ਇਲਜ਼ਾਮ ਉਹਨੇ ਲਾਇਆ ਨਾ ਉਹ ਇਹੀ ਲਾਇਆ ਕਿ ਜੀ ਇਹ ਮਨਸ਼ਿਆਤ ਵੇਚਦੇ ਨੇ। ਵਾਦੀਏ ਤੀਰੇ ਦਾ ਜ਼ਿਕਰ ਕੀਤਾ ਕਿ ਵਾਦੀਏ ਤੀਰਾ ਦੇ ਵਿੱਚ ਸੁਹੇਲ ਅਫਰੀਦੀ ਦਾ ਬੜਾ ਵੱਡਾ ਕਾਰਖਾਨਾ ਹੈ ਮਨਸ਼ਿਆਤ ਬਣਾਉਣ ਦਾ, ਠੀਕ ਹੈ। ਉੱਥੇ ਉਹ ਕੋਕੀਨ ਬਣਾਉਂਦਾ ਹੈ, ਹੀਰੋਇਨ ਬਣਾਉਂਦਾ, ਚਰਸ, ਗਾਂਜਾ ਵਗੈਰਾ ਹਰ ਕਿਸਮ ਦਾ ਮਨਸ਼ਿਆਤ ਉੱਥੇ ਤਿਆਰ ਹੁੰਦਾ। ਤੇ ਐਸੇ ਗੱਲੋਂ ਜਿਹੜਾ ਸੀ ਨਾ ਜਦੋਂ ਆਪਰੇਸ਼ਨ ਹੋ ਰਿਹਾ ਸੀ ਨਾ ਵਾਦੀਏ ਤੀਰਾ ਦੇ ਉੱਤੇ, ਜਦੋਂ ਸਾਡੀ ਫੌਜ ਕਰ ਰਹੀ ਸੀ ਤੇ ਇਹਨਾਂ ਨੇ ਉੱਥੇ ਧਰਨੇ ਦਿੱਤੇ ਤੇ ਫਲਾਣਾ ਕਿਲੋ ਜੀ ਹੈ ਤੇ ਸਾਡਾ ਅਰਬਾਂ ਰੁਪਏ ਦਾ ਕੰਮ ਜਿਹੜਾ ਨਾ ਉਹ ਠੱਪ ਕਰਨ ਲੱਗੇ ਨੇ। ਤੇ ਮੈਨੂੰ ਜਿੱਥੋਂ ਤੱਕ ਰਿਪੋਰਟ ਮਿਲੀ ਹੈ ਕਿ ਸਾਡੀ ਫੌਜ ਨੇ ਜਿਹੜਾ ਨਾ ਉੱਥੇ ਇਹਨਾਂ ਦਾ ਕੰਮ ਜਿਹੜਾ ਨਾ ਠੱਪ ਦਿੱਤਾ, ਮੱਕੂ ਠੱਪ ਦਿੱਤਾ ਹੋਇਆ। ਤੇ ਮਨਸ਼ਿਆਤ ਫਰੋਸ਼ੀ ਜਿਹੜੀ ਨਾ ਉੱਥੇ ਹੁਣ ਬਿਲਕੁਲ ਵੀ ਜਿਹੜੀ ਨਾ ਉਹ ਬੰਦ ਕਰ ਦਿੱਤੀ ਹੈ, ਉਹ ਫੈਕਟਰੀਆਂ ਬੰਦ ਕਰ ਦਿੱਤੀਆਂ, ਅੱਗਾਂ ਲਾ ਦਿੱਤੀਆਂ ਨੇ ਉਹਨਾਂ ਫੈਕਟਰੀਆਂ ਨੂੰ ਫਾੜ ਕੇ, ਠੀਕ ਹੈ ਨਾ। ਤੇ ਉਧਰੋਂ ਐਸੇ ਕੋਲੋਂ ਸੀ ਨਾ ਉਧਰ ਜਿਹੜੀ ਉਧਰ ਦੀ ਖਲਕਤ ਸੀ, ਉਧਰ ਦੇ ਜਿਹੜੇ ਰਿਹਾਇਸ਼ੀ ਸਨ ਉਹਨਾਂ ਨੂੰ ਜਿਹੜਾ ਸੀ ਉਧਰੋਂ ਪਹਿਲੇ ਕਾਲ ਇਲਾਕੇ ਤੋਂ ਕੱਢਿਆ ਤੇ ਕੱਢ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਸੀ ਨਾ ਕਲੀਅਰ ਕਰਕੇ ਤੇ ਫਿਰ ਉਹ ਸਾਰੇ ਜਗ੍ਹਾ ਤੇ ਜਿੱਥੇ ਜਿੱਥੇ ਇਹ ਕੰਮ ਹੋ ਰਿਹਾ ਸੀ ਉਹ ਫੈਕਟਰੀਆਂ ਜਿਹੜੀਆਂ ਸੀ ਨਾ ਉਹ ਜਲਾ ਦਿੱਤੀਆਂ ਫੜ ਕੇ। ਤੇ ਸਾਡੀ ਕਾਰਨਾਮਾ ਸਾਡੀ ਫੌਜ ਨੇ ਕੀਤਾ। ਲੇਕਿਨ ਉੱਥੇ ਜ਼ਿਆਦਾਤਰ ਜਿਹੜੇ ਹੈਗੇ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਖੈਬਰ ਪਖਤੂਨਖਵਾ ਦੇ ਵਿੱਚ ਤੁਹਾਨੂੰ ਪਤਾ ਨਾ ਹਾਲਾਤ ਬਹੁਤ ਖ਼ਰਾਬ ਨੇ। ਉੱਥੇ ਭੁੱਖ ਨੰਗ ਵੀ ਹੈਗੀ ਏ, ਉੱਥੇ ਬੇਰੁਜ਼ਗਾਰੀ ਵੀ ਹੈਗੀ ਏ, ਉੱਥੇ ਨਾ ਤਾਲੀਮ ਹੈ ਨਾ ਉੱਥੇ ਸਿਹਤ, ਕੁਛ ਵੀ ਨਹੀਂ ਹੈਗੀ। ਉੱਥੇ ਸਭ ਤੋਂ ਜ਼ਿਆਦਾ ਕੰਮ ਜਿਹੜਾ ਹੋ ਰਿਹਾ ਨਾ ਇਹ ਮਨਸ਼ਿਆਤ ਫਰੋਸ਼ੀ ਦਾ ਹੋ ਰਿਹਾ, ਸ਼ਰਾਬ ਫਰੋਸ਼ੀ ਦਾ ਹੋ ਰਿਹਾ, ਜਿਸਮ ਫਰੋਸ਼ੀ ਦਾ ਹੋ ਰਿਹਾ, ਲੌਂਡੇਬਾਜ਼ੀ ਦਾ ਹੋ ਰਿਹਾ। ਇਹ ਕੰਮ ਉੱਥੇ ਹੋ ਰਹੇ ਨੇ, ਹੋਰ ਇਸ ਤੋਂ ਇਲਾਵਾ ਉੱਥੇ ਕੋਈ ਕੰਮ ਨਹੀਂ ਹੋ ਰਿਹਾ। ਤੇ ਇਹ ਮੈਂ ਤੁਹਾਨੂੰ ਇੱਕ ਦੱਸਣਾ ਸੀ ਇਕਬਾਲ ਅਫਰੀਦੀ ਦੇ ਹਵਾਲੇ ਨਾਲ। ਤੇ ਜਾਂਦੇ ਜਾਂਦੇ ਮੇਰੇ ਕੋਲੋਂ ਇੱਕ ਹੋਰ ਖਬਰ ਲੈ ਲਓ, ਜਾਂਦੇ ਜਾਂਦੇ ਇੱਕ ਹੋਰ ਖਬਰ। ਉਹ ਖਬਰ ਇਹ ਵੇ ਕਿ ਤੁਹਾਨੂੰ ਪਤਾ ਨਾ ਇਮਰਾਨ ਰਿਆਜ਼ ਖਾਨ ਇਹ ਜਿਹੜਾ ਆਪਣੇ ਆਪ ਨੂੰ ਸਹਾਫੀ ਕਹਿੰਦਾ, ਬਿਲਕੁਲ ਵੀ ਸਹਾਫੀ ਨਹੀਂ ਹੈਗਾ, ਯੂਟਿਊਬਰ ਹੈਗਾ ਤੇ ਯੂਟਿਊਬਰ ਹੈਗਾ ਤੇ ਮੁਲਕ ਦੁਸ਼ਮਣ ਹੈਗਾ। ਇਹ ਜਨਾਬ ਉੱਥੇ ਇੰਡੀਆ ਦੀ ਐਮਬੈਸੀ ਤੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ। ਉੱਥੇ ਕਿਸੇ ਬੰਦੇ ਨੇ ਇਹਦੀ ਤਸਵੀਰ ਖਿੱਚ ਲਿੱਤੀ ਹੈ ਤੇ ਉਹ ਤਸਵੀਰ ਜਿਹੜੀ ਨਾ ਬੜੀ ਵਾਇਰਲ ਹੋ ਰਹੀ ਹੈ। ਤੇ ਮੈਂ ਤੁਹਾਨੂੰ ਇੱਕ ਗੱਲ ਬਿਲਕੁਲ ਗਰੰਟੀ ਦੇ ਨਾਲ ਕਹਿ ਸਕਦਾ ਕਿ ਯੂਕੇ ਦੇ ਵਿੱਚ ਜਿੰਨੇ ਵੀ ਭਗੌੜੇ ਹੈਗੇ ਨੇ ਨਾ, ਉਹ ਸਾਬਰ ਸ਼ਾਕਰ ਹੈਗਾ, ਇਹ ਹੈਗਾ ਇਮਰਾਨ ਰਿਆਜ਼ ਤੇ ਆਦਿਲ ਰਾਜਾ ਤੇ ਹੋਰ ਮੇਰਾ ਖਿਆਲ ਹੈ ਅਫਤਾਬ ਇਕਬਾਲ ਵੀ ਇੱਥੇ ਹੀ ਹੈਗਾ। ਇਹ ਸਾਰਿਆਂ ਨੇ ਜਨਾਬ ਜਾ ਕੇ ਨਾ ਇੰਡੀਆ ਦੀ ਐਮਬੈਸੀ ਦੇ ਵਿੱਚ ਜਿਹੜਾ ਨਾ ਪਨਾਹ ਲਿੱਤੀ ਹੋਈ ਹੈ। ਤੇ ਉੱਥੇ ਜਿਹੜਾ ਨਾ ਇਹਨਾਂ ਨੇ ਆਪਣਾ ਕੇਸ ਦਾਇਰ ਕੀਤਾ ਕਿ ਜੇ ਕੱਲ੍ਹ ਨੂੰ ਕੋਈ ਕੇਸ ਐਸਾ ਬਣ ਗਿਆ ਜਾਂ ਕੱਲ੍ਹ ਨੂੰ ਕੋਈ ਐਸਾ ਕਾਨੂੰਨ ਪਾਸ ਹੋ ਗਿਆ ਯੂਕੇ ਦੇ ਵਿੱਚ ਕਿ ਜੀ ਕਿ ਇਹ ਜਿੰਨੇ ਵੀ ਹੈਗੇ ਨੇ ਭਗੌੜੇ ਜਿਹੜੇ ਕਿ ਵਾਂਟਿਡ ਹੈਗੇ ਨੇ ਪਾਕਿਸਤਾਨ ਵਾਸਤੇ, ਤੇ ਇਹਨਾਂ ਨੂੰ ਜਿਹੜਾ ਨਾ ਪਾਕਿਸਤਾਨ ਦੇ ਹਵਾਲੇ ਕਰੋ। ਤੇ ਇਸ ਤੋਂ ਪਹਿਲੇ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਹੈ, ਅਸੀਂ ਆਪਣੇ ਆਪ ਨੂੰ ਇੰਡੀਆ ਦੀ ਜਿਹੜਾ ਨਾ ਉੱਥੇ ਪੇਸ਼ ਕਰ ਦਿੰਦੇ ਹਾਂ ਤੇ ਇੰਡੀਆ ਦੀ ਨੈਸ਼ਨੈਲਿਟੀ ਲੈ ਲੈਂਦੇ ਹਾਂ। ਤੇ ਜਨਾਬ ਹੁਣ ਤੁਹਾਨੂੰ ਹਰ ਚੀਜ਼ ਜਿਹੜੀ ਨਾ ਵਾਜ਼ਿਹ ਹੋ ਗਈ ਹੋਣੀ,
ਖੁੱਲ ਗਈ ਹੋਣੀ ਕਿ ਇਹ ਲੋਕ ਮੁਲਕ ਦੁਸ਼ਮਣ ਨੇ, ਇਹ ਲੋਕ ਮੁਲਕ ਦੁਸ਼ਮਣ ਏਜੰਡੇ ਦੇ ਉੱਤੇ ਕੰਮ ਕਰਦੇ ਨੇ। ਇੰਡੀਆ ਦੀ ਉੱਥੇ ਪੱਟੀ ਪਾੜਦੇ ਨੇ ਤੇ ਇਹ YouTube ਤੇ ਆ ਕੇ ਤੇ ਵੀਲੌਗ ਕਰਦੇ ਨੇ ਤੇ ਜ਼ਹਿਰ ਉਗਲਦੇ ਨੇ, ਗੁੰਮਰਾਹੀ ਫੈਲਾਉਂਦੇ ਨੇ ਤੇ ਸਾਡੀ ਨੌਜਵਾਨ ਨਸਲ ਨੂੰ ਜਿਹੜਾ ਨਾ ਗੁੰਮਰਾਹ ਕਰਦੇ ਪਏ ਨੇ। ਕਿਉਂਕਿ ਇਹਨਾਂ ਨੇ ਜਿਹੜਾ ਨਾ ਆਪਣਾ ਡਾਲਰ ਕਮਾਉਂਦੇ ਨੇ ਆਪਣੀ ਤਿਜੋਰੀਆਂ ਪਰ, ਇਹਨਾਂ ਦਾ ਪਾਕਿਸਤਾਨ ਦੇ ਨਾਲ ਕੋਈ ਲੈਣਾ ਦੇਣਾ, ਇਹਨਾਂ ਦਾ ਤੇ ਇਮਰਾਨ ਖਾਨ ਦੇ ਨਾਲ ਵੀ ਕੋਈ ਤਾਲੁਕ ਨਹੀਂ ਹੈ। ਇਹ ਵੀ ਮੇਰੀ ਗੱਲ ਇੱਕ ਸੁਣ ਲਵੋ, ਮੈਂ ਬਿਲਕੁਲ ਗਰੰਟੀ ਦੇ ਨਾਲ ਕਹਿ ਰਿਹਾ, ਇਹ ਇਮਰਾਨ ਖਾਨ ਦੇ ਵੀ ਵਫਾਦਾਰ ਨਹੀਂ ਗੇ, ਇਹਨਾਂ ਨੂੰ ਇਮਰਾਨ ਖਾਨ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ, ਠੀਕ ਹੈ ਨਾ। ਜੇ ਇਮਰਾਨ ਖਾਨ ਦੇ ਨਾਲ ਕੋਈ ਲੈਣਾ ਦੇਣਾ ਹੁੰਦਾ ਨਾ, ਕੋਈ ਤਾਲੁਕ ਹੁੰਦਾ ਤੇ ਅੱਜ ਨੂੰ ਇਹ ਹਰਕਤਾਂ ਨਾ ਕਰਦੇ ਹੁੰਦੇ। ਇਹਨਾਂ ਨੇ ਇਮਰਾਨ ਖਾਨ ਨੂੰ ਜਾਣ ਬੂਝ ਕੇ ਅੰਦਰ ਵਾਰਿਆ ਹੈ। ਇਮਰਾਨ ਖਾਨ ਦੇ ਜਿਹੜਾ ਕੋਈ ਦੁਸ਼ਮਣ ਹੈਗਾ ਨਾ, ਉਹ ਨਾ ਹੀ ਆਸਿਮ ਮੁਨੀਰ ਹੈ, ਨਾ ਹੀ ਸ਼ਬਾਜ਼ ਸ਼ਰੀਫ ਹੈ, ਨਾ ਕੋਈ ਰਿਆਸਤ ਹੈ, ਨਾ ਕੋਈ ਹੁਕੂਮਤ ਹੈ। ਇਮਰਾਨ ਖਾਨ ਦਾ ਸਭ ਤੋਂ ਵੱਡਾ ਦੁਸ਼ਮਣ ਉਹਦੀ ਆਪਣੀ ਪਾਰਟੀ ਹੈ, ਉਹਦੀ ਪਾਰਟੀ ਦੇ ਲੋਕ ਨੇ। ਇਹ ਲੋਕ ਨੇ, ਇਹ ਜਿਹੜੇ ਵੀਲੌਗ ਕਰਦੇ ਨੇ, ਇਹ ਮੋਈਦ ਹਰਾਮਜ਼ਾਦੇ ਵਰਗੇ, ਉਹ ਅੰਗੂਠਾ ਵਾਲਾ ਜਿਹੜਾ ਹੈਗਾ ਯੂਟਿਊਬਰ, ਜਿਹਨੇ ਆਪਣੇ ਬਾਪ ਦੇ ਮਰੇ ਅੰਗੂਠੇ ਲਾ ਕੇ ਤੇ ਆਪਣੀ ਭੈਣ ਭਰਾਵਾਂ ਦੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ, ਫਿਰ ਉਹਦੇ ਉੱਤੇ ਆਪਣੀ ਮਾਂ ਦੀ ਕਤਲ ਦਾ ਵੀ ਇਲਜ਼ਾਮ ਹੈ। ਇਹ ਸ਼ਹਬਾਜ਼ ਗਿੱਲ ਵਰਗੇ, ਜਿਨੇ ਇਮਰਾਨ ਖਾਨ ਦੇ 2 ਆਈਫੋਨ ਫੈਜ਼ ਹਮੀਦ ਨੂੰ ਦੇ ਦਿੱਤੇ ਚੋਰੀ ਕਰਕੇ, ਠੀਕ ਹੈ। ਇਹ ਗੱਦਾਰ ਹੈਗੇ ਨੇ, ਠੀਕ ਹੈ। ਤੇ ਇਹ ਜਿਹੜੇ ਬੈਠੇ ਨੇ ਸਾਬਰ ਸ਼ਾਕਰੇ ਤੇ ਇਹ ਹਫਤਾਬ ਇਕਬਾਲ, ਇਹ ਸਾਰੇ ਸਿਰਫ ਇਮਰਾਨ ਦੇ ਨਾਮ ਦਾ ਵੀਲੌਗ ਕਰਦੇ ਨੇ, ਲੇਕਿਨ ਵਿੱਚੋਂ ਵਿੱਚ ਜਿਹੜੇ ਨੇ ਨਾ, ਇਹਨਾਂ ਦੇ ਤਾਲੁਕ ਜਿਹੜੇ ਨੇ ਪਾਕਿਸਤਾਨ ਦੁਸ਼ਮਣ ਨਾਸਰ ਦੇ ਨਾਲ ਨੇ, ਯਹੂਦੀਆਂ ਦੇ ਨਾਲ ਨੇ, ਇਜ਼ਰਾਈਲ ਦੇ ਨਾਲ ਨੇ ਤੇ ਇੰਡੀਆ ਦੇ ਨਾਲ, ਮੋਦੀ ਦੇ ਨਾਲ ਹੈਗੇ ਨੇ ਤੇ ਫਿਤਰਤ ਔਰ ਖਵਾਰੀ ਦੇ ਨਾਲ ਹੈਗੇ ਨੇ। ਮੇਰੀ ਗੱਲ ਲਿਖ ਲਓ, ਮੰਨ ਲਓ, ਤੇ ਇਹੀ ਸੱਚ ਹੈ ਤੇ ਇਹੀ ਹਕੀਕਤ ਹੈ ਤੇ ਇਹੀ ਜਿਹੜਾ ਹੈਗਾ ਨਾ ਰਿਐਲਿਟੀ ਹੈਗੀ ਹੈ। ਤੇ ਜੇ ਤੁਸੀਂ ਮੰਨ ਲਓਗੇ ਅੱਜ ਤੇ ਫਾਇਦਾ, ਜੇ ਨਹੀਂ ਮੰਨੋਗੇ ਤੇ ਬਾਅਦ ਵਿੱਚ ਆਉਣ ਵਾਲੇ ਵਕਤਾਂ ਵਿੱਚ ਪਛਤਾਓਗੇ। ਇਹ ਸਾਰੇ ਜਿਹੜੇ ਨੇ ਇਹ ਇੰਡੀਆ ਦੇ ਸਹੂਲਤਕਾਰ ਨੇ, ਇਹ ਇੰਡੀਆ ਨੂੰ ਖਬਰਾਂ ਪਹੁੰਚਾਉਂਦੇ ਨੇ ਤੇ ਇੰਡੀਆ ਦੀ ਪੱਟੀ ਪਾੜਦੇ ਪਏ ਨੇ ਤੇ ਇੰਡੀਆ ਦੇ ਕਹਿਣ ਤੇ ਜਿਹੜਾ ਨਾ ਇਹ ਆਪਣਾ ਜ਼ਹਿਰ ਉਗਲਦੇ ਨੇ ਵੀਲੌਗ ਦੇ ਜ਼ਰੀਏ। ਤੇ ਇਹ ਜਨਾਬ ਕੋਈ ਅਨੋਖੀ ਗੱਲ ਨਹੀਂ ਗਈ ਜਾਂ ਕੋਈ ਨਈ ਗੱਲ ਨਹੀਂ ਕਿ ਇਮਰਾਨ ਰਿਆਜ਼ ਅੰਬੈਸੀ ਤੋਂ ਬਾਹਰ ਨਿਕਲਿਆ ਇੰਡੀਆ ਦੀ, ਕਿਉਂਕਿ ਉਹ ਆਂਦਾ ਜਾਂਦਾ ਰਹਿੰਦਾ, ਠੀਕ ਹੈ ਨਾ। ਤੇ ਉਹਦੀ ਜਿਹੜੀ ਨਾ ਸਿਕਿਉਰਿਟੀ ਵੀ ਜਿਹੜੀ ਨਾ ਇੰਡੀਆ ਨੇ ਪ੍ਰੋਵਾਈਡ ਉਹਨੂੰ ਕੀਤੀ ਹੋਈ ਹੈ, ਐਸੇ ਕੋਲੋਂ ਉਹਨੂੰ ਕੋਈ ਕੁਝ ਕਹਿ ਨਹੀਂ ਸਕਦਾ। ਅਫਤਾਬ ਇਕਬਾਲ ਵੀ ਆਂਦਾ ਜਾਂਦਾ, ਉਹਦੇ ਬਾਰੇ 'ਚ ਤੇ ਮਿੱਠਾ ਜੀ ਕਹਿੰਦੇ ਨੇ ਜਿਹੜੇ ਆਪਣੇ ਐਸਨ ਚੱਠਾ ਸਾਹਿਬ ਨੇ, ਕਿ ਉਹਨੇ ਆਪਣੀ ਬੇਟੀ ਦੀ ਸ਼ਾਦੀ ਜਿਹੜੀ ਹੈ ਨਾ ਇੱਥੇ ਕਿਸੇ ਹਿੰਦੂ ਦੇ ਨਾਲ ਵਿਆਹੀ ਹੈ, ਉਹ ਕੋਈ ਰਾਹ ਦਾ ਕੋਈ ਆਫਿਸਰ ਹੈ ਉਹਦੇ ਨਾਲ ਵਿਆਹੀ ਹੈ ਤੇ ਉਹ ਵਿਆਹ ਕਰਕੇ ਉਹਨੂੰ ਇੰਡੀਆ ਲੈ ਵੀ ਗਿਆ ਹੋਇਆ। ਇਹ ਮਿੱਠਾ ਜੀ ਕਹਿੰਦੇ ਨੇ। ਬੜਾ ਮੈਨੂੰ ਨਹੀਂ ਪਤਾ ਇਹਦੇ ਵਿੱਚ ਕਿੰਨੀ ਸੱਚਾਈ, ਲੇਕਿਨ ਮਿੱਠਾ ਜੀ ਤੁਹਾਨੂੰ ਪਤਾ ਹੈ ਐਸਨ ਚੱਠਾ ਸਾਹਿਬ, ਉਹਨਾਂ ਦੇ ਕੋਲ ਕੋਈ ਨਾ ਕੋਈ ਗੱਲ ਹੁੰਦੀ ਹੈ, ਕੋਈ ਨਾ ਕੋਈ ਸਬੂਤ ਹੁੰਦਾ, ਸਬੂਤ ਦੇ ਤਹਿਤ ਹੀ ਗੱਲ ਕਰਦੇ ਨੇ, ਉਸ ਤਰ੍ਹਾਂ ਨਾਲ ਹਵਾਈ ਫਾਇਰ ਉਹ ਵੀ ਨਹੀਂ ਮਾਰਦੇ। ਬਹਰਾਲ ਇਹ ਜਨਾਬ ਹੈਗੀਆਂ ਸਨ ਅੱਜ ਦੀਆਂ ਖਬਰਾਂ। ਮੈਂ ਤੁਹਾਨੂੰ ਗਦਾਰਾਂ ਦੇ ਬਾਰੇ 'ਚ ਵੀ ਦੱਸ ਦਿੱਤਾ, ਮੈਂ ਤੁਹਾਨੂੰ ਇਕਬਾਲ ਅਫਰੀਦੀ ਦਾ ਜਿਹੜਾ ਇੱਕ ਉਹਨੇ ਵੀਡੀਓ ਕੀਤੀ ਉਹਦੇ ਬਾਰੇ 'ਚ ਵੀ ਦੱਸ ਦਿੱਤੀ, ਤੇ ਮੈਂ ਤੁਹਾਨੂੰ ਹਰ ਚੀਜ਼ ਤੋਂ ਜਿਹੜਾ ਨਾ ਆਗਾਹ ਕਰ ਰਿਹਾ ਕਿ ਸ਼ਾਨੀ ਜੱਟ ਵੀਲੌਗ ਜਿਹੜਾ ਆਫੀਸ਼ੀਅਲ ਚੈਨਲ ਹੈ, ਇੱਥੋਂ ਸਿਰਫ ਤੁਹਾਨੂੰ ਸੱਚ ਮਿਲੇਗਾ ਤੇ ਸਿਰਫ ਸੱਚ ਮਿਲੇਗਾ, ਨਾ ਝੂਠ ਨਾ ਗੁੰਮਰਾਹੀ ਮੈਂ ਫੈਲਾਵਾਂਗਾ। ਜਿਹੜੀ ਖਬਰ ਸੱਚੀ ਹੋਗੀ ਉਹੀ ਕਰਾਂਗਾ ਤੇ ਮੈਂ ਕੋਈ ਜਿਹੜਾ ਨਾ ਆਪਣਾ ਰੇਟਿੰਗ ਵਧਾਉਣ ਵਾਸਤੇ ਕੋਈ ਝੂਠ ਦਾ ਸਹਾਰਾ ਨਹੀਂ ਲਵਾਂਗਾ ਇਨਸ਼ਾ ਅੱਲਾਹ ਤਾਲਾ, ਕਿਉਂਕਿ ਮੇਰੇ ਰੱਬ ਨੇ ਕਿਹਾ ਹੋਇਆ ਕਿ ਸੱਚੀ ਗੱਲ ਕਰੋ ਤੇ ਝੂਠ ਤੋਂ ਬਚੋ। ਤਾਂ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਮੇਰੇ ਚੈਨਲ ਤੋਂ ਹਮੇਸ਼ਾ ਸੱਚੀ ਖਬਰ ਹੀ ਮਿਲੇਗੀ। ਤੇ ਆਪਣੇ ਕਮੈਂਟ, ਆਪਣੇ ਖਿਆਲਾਂ ਦਾ ਇਜ਼ਹਾਰ ਜ਼ਰੂਰ ਕਰੋ ਕਮੈਂਟ ਦੇ ਵਿੱਚ, ਲੇਕਿਨ ਤਹਿਜ਼ੀਬ ਦੇ ਨਾਅਰੇ ਨਾਲ ਆਪਣਾ ਵੀਲੌਗ ਮੈਂ ਇਸ ਨਾਅਰੇ ਦੇ ਨਾਲ ਇਖਤਤਾਮ ਕਰਨਾ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।